ਮੈਟਰਸ ਨੇ ਜਿਹੜੇ ਇਹਨਾਂ ਨੂੰ ਆਊਟਸਾਈਡ ਰੱਖਿਆ ਜਾਂਦਾ ਫੰਕਸ਼ਨਲ ਜੂਰਿਸਡਿਕਸ਼ਨ ਆਫ ਦਾ UPSC। ਇਹਦੇ ਵਿੱਚ ਹੈਗਾ ਜਾਂ ਮੰਨ ਲਾ ਰਿਜ਼ਰਵੇਸ਼ਨ ਆਫ ਅਪੋਇੰਟਮੈਂਟ ਔਰ ਪੋਸਟ ਇਨ ਫੇਵਰ ਆਫ ਐਨੀ ਬੈਕਵਰਡ ਕਲਾਸ ਆਫ ਸਿਟੀਜ਼ਨਸ, ਜਾਂ ਬਾਈ ਟੇਕਿੰਗ ਟੂ ਕੰਸੀਡਰੇਸ਼ਨ ਕਲੇਮਸ ਨੂੰ ਕੰਸੀਡਰੇਸ਼ਨ ਕਰਨਾ ਸ਼ਡਿਊਲ ਕਾਸਟ ਐਂਡ ਸ਼ਡਿਊਲ ਟਰਾਈਬਸ with regards to selection for chairmanship or membership of commissions or tribunals, post of the highest diplomatic nature हो गया, bulk of group C and D, group D services with regard to the selection for temporary or officiating appointment to a post or the person appointed is not likely to hold the post for more than a year। ਜੇਕਰ more than a year post ਨੂੰ ਨਹੀਂ ਹੈਲਡ ਕਰ ਰਿਹਾ। ਨੈਕਸਟ ਹੈਗਾ President can exclude post services and matters from the purview of the UPSC। The Constitution states that the President, in respect to the All India services and central services and post, may make regulations specifying the matters in which it shall not be necessary for UPSC to be consulted। ਵੀ ਬਹੁਤ ਜਿਹੜਾ ਪ੍ਰੈਜ਼ੀਡੈਂਟ ਐਕਸਕਲੂਡ ਕਰ ਸਕਦਾ ਕਿਸੇ ਪੋਸਟ ਨੂੰ, ਸਰਵਿਸਿਜ਼ ਨਹੀਂ ਉਹ ਮੈਟਰਸ ਨੂੰ, ਜਿਹਦੇ ਵਿੱਚ UPSC ਤੋਂ ਦੀ ਐਡਵਾਈਸ ਲੈਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਜਾਂ UPSC ਨੂੰ ਕੰਸਲਟ ਕਰਨ ਦੀ ਜ਼ਰੂਰੀ ਨਹੀਂ। ਪਰ ਜਿਹੜੀ ਕਿ ਕੋਈ ਵੀ ਰੈਗੂਲੇਸ਼ਨ ਬਣਾਈ ਜਾਊਗੀ ਪ੍ਰੈਜ਼ੀਡੈਂਟ ਦੇ ਦੁਆਰਾ, ਇਟ ਸ਼ੁੱਡ ਬੀ ਲੇਡ ਬਿਫੋਰ ਦਾ ਹਾਊਸ ਆਫ ਪਾਰਲੀਮੈਂਟ ਫॉर ਐਟਲੀਸਟ 14 ਡੇਜ਼। ਦਾ ਪਾਰਲੀਮੈਂਟ ਕੈਨ ਅਮੈਂਡ ਔਰ ਰਿਪੀਲ ਕਰ ਸਕਦਾ ਇਹਨਾਂ ਨੂੰ 14 ਡੇਜ਼ ਦੇ ਵਿੱਚ। ਠੀਕ ਹੈ। ਠੀਕ ਹੈ। ਨੈਕਸਟ ਆਪਾਂ ਜੇਕਰ ਗੱਲ ਕਰੀਏ ਤਾਂ ਕੌਨਸਟੀਟਿਊਸ਼ਨ ਵਿਜ਼ੂਅਲਾਈਜ਼ ਆ UPSC ਇੱਕ ਤਰ੍ਹਾਂ ਨਾਲ ਵਾਚ ਡੌਗ ਆ ਮੈਰਿਟ ਸਿਸਟਮ ਦਾ। ਇਟ ਇਜ਼ ਕੰਸਰਨਡ ਵਿਦ ਦ ਰਿਕਰੂਟਮੈਂਟ ਆਫ ਆਲ ਇੰਡੀਆ ਸਰਵਿਸਿਜ਼, ਚਾਹੇ ਗਰੁੱਪ A ਹੋਵੇ ਚਾਹੇ ਗਰੁੱਪ B ਹੋਵੇ। ਐਡਵਾਈਸ ਕਰਦਾ ਗਵਰਨਮੈਂਟ ਨੂੰ। ਠੀਕ ਆ। ਵੈਨ ਕੰਸਲਟ ਕੀਤਾ ਜਾਂਦਾ ਉਹਨੂੰ ਕਿਸ ਜਗ੍ਹਾ ਦੇ ਉੱਤੇ ਮੰਨ ਲਾ ਕੋਈ ਪ੍ਰਮੋਸ਼ਨ ਰਿਲੇਟਡ ਕੰਸਲਟੇਸ਼ਨ ਹੋ ਗਈ, ਡਿਸਪਲਿਨਰੀ ਮੈਟਰ। ਇਟ ਇਜ਼ ਨਾਟ ਕੰਸਰਨਡ ਵਿਦ ਦ ਕਲਾਸੀਫਿਕੇਸ਼ਨ ਆਫ ਸਰਵਿਸਿਜ਼, ਪੇ ਐਂਡ ਸਰਵਿਸ ਕੰਡੀਸ਼ਨ, ਕੈਡਰ ਮੈਨੇਜਮੈਂਟ, training and so on. These matters are handled by the Department of Personnel and Training। ਪਰ ਜੇਕਰ ਆਪਾਂ ਕਲਾਸੀਫਿਕੇਸ਼ਨ ਆਫ ਸਰਵਿਸਿਜ਼ ਦੀ ਗੱਲ ਕਰੀਏ, ਪੇ ਐਂਡ ਸਰਵਿਸ ਕੰਡੀਸ਼ਨ ਦੀ ਗੱਲ ਕਰੀਏ ਜਾਂ ਕੈਡਰ ਮੈਨੇਜਮੈਂਟ ਟ੍ਰੇਨਿੰਗ ਦੀ ਗੱਲ ਕਰੀਏ ਤਾਂ ਉਹ ਕੀਤਾ ਜਾਂਦਾ ਹੈਂਡਲ ਡਿਪਾਰਟਮੈਂਟ ਆਫ ਪਰਸਨਲ ਟ੍ਰੇਨਿੰਗ, ਜਿਹੜੀ ਹੈਗੀ ਆ ਵਨ ਆਫ ਦਾ 3 ਡਿਪਾਰਟਮੈਂਟਸ ਨੇ ਦੇ ਵਿੱਚੋਂ ਆਉਂਦਾ ਆ। ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੈਂਸਸ ਐਂਡ ਪੈਨਸ਼ਨ। Therefore, UPSC is not only a central recruiting agency, Department of Personnel and Training is a central personnel agency। Only central recruiting agency ਨਹੀਂ ਹੈਗੀ। The role of ਜਿਹੜਾ ਰੋਲ ਆ UPSC ਦਾ ਇਜ਼ ਨਾਟ ਲਿਮਿਟਡ ਬਟ ਆਲਸੋ ਰਿਕਮੈਂਡੇਸ਼ਨ ਮੇਡ ਆ ਰੋਲ ਆਫ ਐਡਵਾਈਜ਼ਰੀ ਇਨ ਨੇਚਰ ਹੁੰਦੀਆਂ ਨੇ, ਬਾਈਂਡਿੰਗ ਨਹੀਂ ਹੁੰਦੀਆਂ। ਹੁਣ ਤਾਂ ਸੈਂਟਰਲ ਵਿਜੀਲੈਂਸ ਕਮਿਸ਼ਨ ਦੀ ਵੀ ਐਡਵਾਈਸ ਲਈ ਜਾਂਦੀ ਹੈ। ਕਈ ਵਾਰ ਦੋਨੋਂ ਆਪਸ 'ਚ ਕੌਨਫਲਿਕਟ ਦੇ ਵਿੱਚ ਆ ਜਾਂਦੇ ਨੇ, ਫਿਰ ਵੀ UPSC ਕੋਲ ਲੈ ਜਾ, ਕਿਉਂਕਿ UPSC ਕੌਨਸਟੀਟਿਊਸ਼ਨ ਬੋਡੀ ਅਤੇ CVC ਹੈ ਜਿਹੜੀ ਉਹ ਐਗਜ਼ੀਕਿਊਟਿਵ ਰੈਜ਼ੋਲਿਊਸ਼ਨ ਨਾਲ ਬਣਾਈ ਗਈ ਸੀਗੀ। ਠੀਕ ਹੈ। 1985 ਦੇ ਵਿੱਚ ਇੱਕ ਫੁੱਲ ਫਲੈਸ਼ ਮਿਨਿਸਟਰੀ ਆਫ ਪਰਸਨਲ ਪਬਲਿਕ ਗ੍ਰੀਵੈਂਸਸ ਐਂਡ ਪੈਨਸ਼ਨ ਬਣਾਇਆ ਗਿਆ ਸੀ। 3 ਸੈਪਰੇਟ ਡਿਪਾਰਟਮੈਂਟ ਬਣਾਏ ਗਏ ਸੀ ਇਹਦੇ ਵਿੱਚ। ਡਿਪਾਰਟਮੈਂਟ ਆਫ ਪਰਸਨਲ ਐਂਡ ਟ੍ਰੇਨਿੰਗ, ਡਿਪਾਰਟਮੈਂਟ ਆਫ ਐਡਮਿਨਿਸਟ੍ਰੇਟਿਵ ਰਿਫਾਰਮਸ ਐਂਡ ਪਬਲਿਕ ਗ੍ਰੀਵੈਂਸਸ ਐਂਡ ਡਿਪਾਰਟਮੈਂਟ ਆਫ ਪੈਨਸ਼ਨਸ ਐਂਡ pensioners welfare। When a member of UPSC is appointed as its chairman, he hold karooga office for 6 years until the age of superannuation, whichever is earlier। ਇਹਨੂੰ ਐਡ ਕੀਤਾ ਗਿਆ ਸੀ 15th Constitutional Amendment Act of 1963। ਗਵਰਨਰ ਬਣ ਸਕਦਾ UPSC ਦਾ ਚੇਅਰਮੈਨ। ਠੀਕ ਹੈ, ਕਿਉਂਕਿ ਇਹਨੂੰ ਐਮਪਲੋਇਮੈਂਟ ਨਹੀਂ ਮੰਨਿਆ ਜਾਂਦਾ, ਗਵਰਨਰ ਨੂੰ ਕੌਨਸਟੀਟਿਊਸ਼ਨਲ ਆਫਿਸ ਮੰਨਿਆ ਜਾਂਦਾ।